ਤੇ ਇੱਥੇ ਅਲਹਮਦੁਲਿਲਾ ਆਪਣਾ ਕੰਮ ਹੈ ਤੇ ਇਹ ਮਾਲ 'ਚ ਫਾਇਦਾ ਹੀ ਫਾਇਦਾ ਵੇ। ਇਹਨਾਂ ਨੂੰ ਅਗਰ ਤੁਸੀਂ ਅੱਛੇ ਤਰੀਕੇ ਨਾਲ ਇਹਨਾਂ ਦੀ ਕੇਅਰ ਕਰਦੇ ਹੋ ਤੇ ਇਹ ਵਫਾ ਕਰਦੇ ਨੇ। ਮੇਰਾ ਤੇ ਇਹ ਮਸ਼ਵਰਾ ਹੈ ਕਿ ਅਗਰ ਨਵਾਂ ਬੰਦਾ ਕਰਨਾ ਚਾਹੁੰਦਾ ਹੈ ਉਹ ਪਹਿਲਾਂ ਥੋੜੇ ਜਿਹੇ ਜਾਨਵਰਾਂ ਨੂੰ ਕਰੇ, 1-2 ਜਾਨਵਰ ਰੱਖੇ ਤੇ ਅਲਹਮਦੁਲਿਲਾ ਬਾਕੀ ਮਸਲਾ ਨਹੀਂ ਆਂਦਾ। ਦੂਸਰੇ ਕਿਸੇ ਪੁਰਾਣੇ ਬੰਦੇ ਨੇ ਇੱਥੇ ਜਿਵੇਂ ਸਾਡਾ ਤਜਰਬਾ ਜਾਂ ਕਿਸੇ ਹੋਰ ਭਾਈ ਦਾ ਵੇ ਉਹ ਉਹਨਾਂ ਕੋਲ ਪੁੱਛ ਸਕਦਾ ਹੈ ਤੇ ਇਨਸ਼ਾਅੱਲਾ ਬਾਕੀ ਡਾਕਟਰ ਵੀ ਨੇ, ਮੈਡੀਸਨ ਵੀ ਹਰ ਕਿਸਮ ਦੀ ਮਿਲ ਜਾਂਦੀ ਹੈ, ਲੇਕਿਨ ਅਸੀਂ ਜ਼ਿਆਦਾ ਦੇਸੀ ਇਲਾਜ ਹੀ ਕਰਦੇ। ਨਵੇਂ ਬੰਦੇ ਨੂੰ ਕੀ ਮਸ਼ਵਰਾ ਦਵੋਗੇ ਕਿੰਨਿਆਂ ਡੰਗਰਾਂ ਤੋਂ ਕੰਮ ਸ਼ੁਰੂ ਕਰੇ? ਨਵੇਂ ਬੰਦੇ ਵਾਸਤੇ ਅਗਰ ਇੱਕ ਬੰਦਾ ਵੇ ਤੇ ਉਹਨੂੰ 4 ਕੁ ਡੰਗਰ ਰੱਖਣੇ ਚਾਹੀਦੇ ਨੇ ਮੇਰੇ ਹਿਸਾਬ ਨਾਲ। 4 ਕਿਹੜੇ ਰੱਖਣੇ ਚਾਹੀਦੇ ਨੇ, ਲਹਿਰੀਆਂ ਜਾਂ ਖਾਂਗੜੀਆਂ? ਨਹੀਂ, ਲੈਰੀਆਂ ਮੱਝਾਂ ਤੋਂ ਸ਼ੁਰੂ ਲੇਕਿਨ ਉਹ ਆਪਣਾ ਖਰਚਾ ਨਹੀਂ ਕੱਢ ਸਕਦੀਆਂ। ਕੱਢ ਸਕਦੀ, ਹਾਂਗੜ ਮੱਝ ਵੀ ਖਰਚਾ ਕੱਢ ਸਕਦੀ ਹੈ ਬਿਲਕੁਲ। ਵਾਸਤੇ ਕਿੰਨਾ ਟਾਈਮ ਲੱਗ ਜਾਂਦਾ ਹੈ? ਇਹ ਜੀ ਅਲਹਮਦੁਲਿਲਾ ਜਿਵੇਂ ਤੁਸੀਂ ਇਸ ਕੰਮ 'ਚ ਵੜਨਾ ਤੁਹਾਡਾ ਆਸਤਾ ਦਾ ਤਜਰਬਾ ਹੋ ਜਾਣਾ ਹੈ। ਸਮਝ ਕਿੰਨੀ ਕੁ ਦੇਰ ਬਾਅਦ ਆ ਜਾਂਦੀ ਹੈ? ਜੀ ਮੇਰੇ ਖਿਆਲ ਨਾਲ ਤੇ ਸਾਲ 2 ਸਾਲ 'ਚ ਆ ਜਾਣੀ ਚਾਹੀਦੀ, ਜਲਦੀ ਵੀ ਆ ਸਕਦੀ ਅਗਰ ਬੰਦਾ ਕੋਈ ਜ਼ਿਹਨ ਰੱਖਦਾ ਹੈ ਨਾ ਤੇ ਆ ਸਕਦੀ ਹੈ। ਮੈਂ ਦੇਖੋ ਕਿ ਜ਼ਿਆਦਾ ਦੇਰ ਬਾਹਰ ਰਿਹਾ ਵਾਂ, ਹੁਣ ਮੈਨੂੰ ਥੋੜੀ ਦੇਰ ਇੱਥੇ ਆਈ ਹੋਏ, ਮੈਂ ਪੁਰਾਣਿਆਂ ਬੰਦੇ ਨਾਲ ਵੀ ਜ਼ਿਆਦਾ ਤਜਰਬਾ ਰੱਖਣਾ ਵਾ ਜੀ ਅਲਹਮਦੁਲਿਲਾ। ਮੈਨੂੰ ਅਗਰ ਡੰਗਰ ਕੋਈ ਪੱਠੇ ਨਹੀਂ ਖਾਂਦਾ ਤਾਂ ਪਤਾ ਲੱਗ ਜਾਏਗਾ ਇਹਨੂੰ ਕੀ ਪ੍ਰੋਬਲਮ ਹੈ, ਇਹਦੇ ਅੱਗੇ ਪੱਠੇ ਸਹੀ ਨਹੀਂ ਜਾਂ ਇਹਨੂੰ ਵੈਸੇ ਹੀ ਨੂੰ ਬੁਖਾਰ ਹੈ ਜਾਂ ਕੀ ਹੈ, ਪਤਾ ਲੱਗ ਜਾਂਦਾ। ਉਹਨੂੰ ਪਹਿਲਾਂ ਦੇਖੋ ਕਿ ਉਹ ਪੱਠੇ ਕਿਉਂ ਨਹੀਂ ਖਾ ਰਿਹਾ, ਉਹਦੇ ਅੱਗੇ ਪੱਠੇ ਸਹੀ ਨਹੀਂ ਜਾਂ ਉਹਨੇ ਪਾਣੀ ਪੀਣਾ ਵੇ। ਅਗਰ ਉਹ ਪਾਣੀ ਪੀਂਦਾ ਪੱਠੇ ਸਹੀ ਨੇ ਤੇ ਫਿਰ ਉਹਨੂੰ ਤੁਸੀਂ ਪਿਆਜ਼ ਵਗੈਰਾ ਦੇਵੋ, ਮਿਰਚ ਦਿਓ, ਅਦਰਕ ਦਿਓ। ਅੱਜ ਕੱਲ ਜਿਹੜਾ ਸਰਦੀ ਦੇ ਮੌਸਮ ਵਿੱਚ ਚੰਗੀ ਮੱਝ ਤੇ ਨੀਲੀ ਰਾਵੀ ਦੀ ਹੈ ਜੀ, ਉਧਰ ਦੀ ਮੱਝ ਜਿਹੜੀ ਹੈ ਨਾ ਉਹ ਠੀਕ ਦੁੱਧ ਦਿੰਦੀ ਜੀ। ਜਿਹੜੀ ਹੈ ਉਧਰ ਜਾਂਦੇ ਹੋ ਨਾ ਅਗਰ ਤੁਸੀਂ, ਮੱਝ ਦੀ ਧੁੰਨੀ ਕਰੋਲੀ ਨਹੀਂ ਹੋਣੀ ਚਾਹੀਦੀ, ਸਿੰਘ ਜਿਹੜੇ ਨੇ ਕੁੰਡੇ ਹੋਣੇ ਚਾਹੀਦੇ ਨੇ, ਛੋਟੇ ਹੋਣੇ ਚਾਹੀਦੇ ਨੇ, ਗੋਲ ਹੋਣ ਜਾਂ ਫੱਟੀਦਾਰ ਹੋਣ। ਫੱਟੀਦਾਰ ਵੀ ਠੀਕ ਨੇ, ਗੋਲ ਵੀ ਸਹੀ ਨੇ, ਠੀਕ ਹੋ ਗਿਆ। ਧੁੰਨੀ ਕਰੋਲੀ ਨਹੀਂ ਹੋਣੀ ਚਾਹੀਦੀ, ਦੁੰਬ ਜਿਹੜੀ ਹੈ ਲੰਬੀ ਹੋਣੀ ਚਾਹੀਦੀ ਹੈ। ਠੀਕ ਹੋ ਗਿਆ। ਤੇ ਵਾਹਨੇ ਦੇ ਬਾਰੇ ਚ ਵੀ ਦੱਸਿਓ। ਵਾਹਨਾ ਜਿਹੜਾ ਨਾ ਠੀਕ ਫੱਟੀਦਾਰ ਚੌਰਸ ਹੋਣਾ ਚਾਹੀਦਾ। ਦੋਵਾਂ ਥਣਾਂ ਚ ਕਿੰਨਾ ਫਰਕ ਹੋਏ? ਪਿਛਲਾ ਥਣ ਤੇ ਹਮੇਸ਼ਾ ਵੱਡਾ ਹੀ ਹੋਣਾ ਚਾਹੀਦਾ ਵੇ ਅਗਲੇ ਦੀ ਨਿਸਬਤ, ਪਿਛਲਾ ਥਣ ਲੰਬਾ ਹੋਣਾ ਚਾਹੀਦਾ। ਤੇ ਥਣਾਂ ਦੇ ਦਰਮਿਆਨ ਕਿੰਨਾ ਫਰਕ ਹੋਣਾ ਜ਼ਿਆਦਾ ਚਾਹੀਦਾ? ਮੋਟਾ ਥਣ ਹੋਏਗਾ ਤਾਂ ਉਹ ਸਭ ਤੋਂ ਬੈਸਟ ਹੈ, ਬਿਹਤਰ ਹੈ। ਉਹਨੂੰ ਜ਼ਿਆਦਾ ਵਪਾਰੀ ਵੀ ਪਸੰਦ ਕਰੇਗਾ, ਰੱਖਣ ਵਾਲਾ ਵੀ ਪਸੰਦ ਕਰੇਗਾ। ਮੂੰਹ ਕਿਹੋ ਜਿਹਾ ਹੋਏ? ਮੂੰਹ ਕਾਲੀ ਮੱਝ ਹੋਏ ਸਾਰੀ ਤੇ ਸਭ ਤੋਂ ਅੱਛੀ ਹੈ। ਅੱਖ ਕਿਹੋ ਜਿਹੀ ਹੋਏ, ਚਿੱਟੀ ਜਾਂ ਸਿਆਹ ਕਾਲੀ? ਅੱਖ ਕਾਲੀ। ਔਰ ਚਮੜੀ ਕਿਹੋ ਜਿਹੀ ਹੋਏ, ਨਰਮ ਜਾਂ ਸਖਤ? ਚਮੜੀ ਨਰਮ। ਮੱਝ ਆਪ ਹੀ ਤਾਂ ਛੱਡਦੀ ਹੈ, ਮੱਝ ਦਾ ਜਾ ਆਪਣਾ ਹੀ ਨਹੀਂ ਜੀ। ਅਲਹਮਦੁਲਿਲਾ ਅਸੀਂ ਸਾਰਾ ਇਸ ਮੱਝਾਂ ਤੋਂ ਹੀ ਕੰਮ ਚਲਾਇਆ ਤੇ माशाल्लाह अपनी ज़मीन असी 20-25 किले खरीद लीए ना मझां तो। जी हाँ नाजरीन, इनका कहना है 20-25 किले ज़मीन उन्होंने बनाई है और ये भैंसों से बनाई है। आप देख रहे हैं बिज़नेस इन्फो ऑफिशियल। आज की वीडियो बहुत ही अहम है, इस वीडियो को आखिर तक ज़रूर देखिएगा और इन भाई साहब से तफसीली गुफ्तगू करेंगे कि भैंसों का कारोबार कैसे करना चाहिए, ज़्यादा से ज़्यादा बचत और मुनाफा कैसे लिया जा सकता है। तो वीडियो आखिर तक देखिएगा, चैनल को कीजिएगा सब्सक्राइब। तो आइए वीडियो देखते हैं। जी वालेकुम सलाम भाईजान कैसे हैं? जी अल्हम्दुलिल्लाह, आप सुनाओ ठीक हो? अल्हम्दुलिल्लाह ठीक ठाक। भाईजान अपना नाम? मेरा नाम नसीर जी। भाईजान अपने इलाके का भी दस दो जी। जिला सियालकोट, साढ़े गाँव का नाम है पीरकोट, तहसील संभड़ियाल। अच्छा भाईजान मझां का काम कितनी देर तो करते पे हो? जी सर जी, ਅਸੀਂ ਬਚਪਨ ਤੋਂ ਸਾਡੇ ਪਹਿਲਾਂ ਦਾਦਾ ਹੀ ਕਰਦੇ ਹਾਂ, ਅੱਬੂ ਵਾਲਿਦ ਕਰਦੇ ਰਹੇ ਨੇ, ਉਸ ਤੋਂ ਬਾਅਦ ਅਸੀਂ ਵੀ ਕਰਨੇ ਆ ਪਏ। ਇਹ ਛੋਟੇ ਕਰਦੇ ਹਾਂ। ਮੈਂ ਪਹਿਲਾਂ ਦੁਬਈ ਸਾਂ, ਦੁਬਈ 10-12 ਸਾਲ ਰਹਿ ਕੇ ਆਇਆ ਵਾਂ ਤੇ ਜਿਹੜਾ ਆਪਣੇ ਕੰਮ ਵਰਗਾ ਮਜ਼ਾ ਕਿਤੇ ਵੀ ਨਹੀਂ ਹੈ। ਬਾਹਰ ਪ੍ਰਦੇਸ਼ ਵਿੱਚ ਵੀ ਰਹੇ ਆ, ਕਿਸੇ ਦੀਆਂ ਨੌਕਰੀਆਂ ਕਰਦੇ ਰਹੇ ਆ ਤੇ ਇੱਥੇ ਅਲਹਮਦੁਲਿਲਾ ਆਪਣਾ ਕੰਮ ਹੈ ਤੇ ਇਹ ਮਾਲ 'ਚ ਫਾਇਦਾ ਹੀ ਫਾਇਦਾ ਵੇ। ਇਹਨਾਂ ਨੂੰ ਅਗਰ ਤੁਸੀਂ ਅੱਛੇ ਤਰੀਕੇ ਨਾਲ ਇਹਨਾਂ ਦੀ ਕੇਅਰ ਕਰਦੇ ਹੋ ਤੇ ਇਹ ਵਫਾ ਕਰਦੇ ਨੇ। ਸਰ ਇਹ ਦੱਸੋ ਕਿ ਤੁਹਾਨੂੰ ਇਸ ਕਾਰੋਬਾਰ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਜੀ ਇਹਨਾਂ ਨੂੰ ਕਾਫੀ ਘੋਟੂ ਦੀ ਬਿਮਾਰੀ ਆਂਦੀ ਏ, ਮੋਕਰ ਦੀ ਬਿਮਾਰੀ ਆਂਦੀ ਏ, ਉਹਦੇ ਵਾਸਤੇ ਇਹਨਾਂ ਦੇ ਹਿਫਾਜ਼ਤੀ ਟੀਕੇ ਪਹਿਲਾਂ ਇੰਜੈਕਸ਼ਨ ਲਗਾਉਣੇ ਪੈਂਦੇ ਨੇ ਤੇ ਬਾਕੀ ਅਲਹਮਦੁਲਿਲਾ ਸਾਡਾ ਹੁਣ ਤਜਰਬਾ ਕਾਫੀ ਹੋ ਗਿਆ ਹੈ। ਬਚਪਨ ਤੋਂ ਅਸੀਂ ਇਹ ਕੰਮ ਕਰਦੇ ਹਾਂ, ਸਾਡੇ ਦਾਦੇ ਅੱਬੂ ਵੀ ਕਰਦੇ ਰਹੇ ਨੇ ਤੇ ਇਹਨਾਂ ਨੂੰ ਪਹਿਲਾਂ ਹੀ ਅਸੀਂ ਕੇਅਰ ਜਿਹੜੀ ਹੈ ਨਾ ਇਹਨਾਂ ਦੀ ਮੁਸ਼ਕਲਾਂ ਆਉਣ ਤੋਂ ਪਹਿਲਾਂ ਹੀ ਦੇ ਦਵਾ ਲਈਦਾ ਹੈ। ਤੁਹਾਡਾ ਤੇ ਖਾਨਦਾਨੀ ਤਜਰਬਾ ਹੈ ਜੀ, ਤੇ ਤੁਹਾਨੂੰ ਦਿੱਕਤ ਪੇਸ਼ ਨਹੀਂ ਆਈ? ਜੀ, ਇੱਕ ਨਹੀਂ ਨਵਾਂ ਬੰਦਾ ਇਹ ਕਾਰੋਬਾਰ ਕਰਨਾ ਚਾਹੁੰਦਾ ਹੈ, ਉਹਨੂੰ ਪਹਿਲਾਂ ਜ਼ਿਹਨ ਵਿੱਚ ਕਿਹੜੀਆਂ ਚੀਜ਼ਾਂ ਸੋਚ ਲੈਣੀਆਂ ਚਾਹੀਦੀਆਂ ਇਸ ਕਾਰੋਬਾਰ ਦੇ ਹਵਾਲੇ ਨਾਲ, ਕਿਹੜੀ ਰਿਸਰਚ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਹ ਚੀਖਾ ਨਾ ਮਾਰੇ ਇਸ ਕਾਰੋਬਾਰ ਵਿੱਚ ਆ ਕੇ? ਜੀ ਮੇਰਾ ਤੇ ਇਹੀ ਮਸ਼ਵਰਾ ਹੈ ਕਿ ਅਗਰ ਨਵਾਂ ਬੰਦਾ ਕਰਨਾ ਚਾਹੁੰਦਾ ਹੈ ਉਹ ਪਹਿਲਾਂ ਥੋੜੇ ਜਿਹੇ ਜਾਨਵਰਾਂ ਨੂੰ ਕਰੇ, 1-2 ਜਾਨਵਰ ਰੱਖੇ ਤੇ ਅਲਹਮਦੁਲਿਲਾ ਬਾਕੀ ਮਸਲਾ ਨਹੀਂ ਆਂਦਾ। ਦੂਸਰੇ ਕਿਸੇ ਪੁਰਾਣੇ ਬੰਦੇ ਨੇ ਇੱਥੇ ਜਿਵੇਂ ਸਾਡਾ ਤਜਰਬਾ ਜਾਂ ਕਿਸੇ ਹੋਰ ਭਾਈ ਦਾ ਵੇ ਉਹ ਉਹਨਾਂ ਕੋਲ ਪੁੱਛ ਸਕਦਾ ਹੈ ਤੇ ਇਨਸ਼ਾਅੱਲਾ ਬਾਕੀ ਡਾਕਟਰ ਵੀ ਨੇ, ਮੈਡੀਸਨ ਵੀ ਹਰ ਕਿਸਮ ਦੀ ਮਿਲ ਜਾਂਦੀ ਹੈ, ਲੇਕਿਨ ਅਸੀਂ ਜ਼ਿਆਦਾ ਦੇਸੀ ਇਲਾਜ ਹੀ ਕਰਨੇ ਆ। ਠੀਕ ਹੋ ਗਿਆ। ਅੱਛਾ, ਤੁਸੀਂ ਕਿਸ ਹਵਾਲੇ ਨਾਲ ਕਿਹਾ ਕਿ ਜਾਨਵਰਾਂ ਦੀ ਅੱਛੀ ਸੇਵਾ ਕੀਤੀ ਜਾਏ? ਅੱਛੀ ਸੇਵਾ ਤੋਂ ਕੀ ਮੁਰਾਦ ਹੈ? ਅੱਛੀ ਸੇਵਾ ਤੋਂ ਮੁਰਾਦ ਹੈ ਜੀ ਅਗਰ ਇਹਨਾਂ ਦੀ ਅਸੀਂ ਕੇਅਰ ਅੱਛੀ ਕਰਨੇ ਆ, ਅਗਰ ਛੋਟੇ ਜਾਨਵਰ ਨੇ, ਬੱਚੇ ਨੇ, ਉਹ ਮਾਸ਼ਾਅੱਲਾ ਉਹਨਾਂ ਦੀ ਐਵਰੇਜ ਗੋਸ਼ਤ ਦੀ ਜ਼ਿਆਦਾ ਆਉਂਦੀ ਹੈ, ਦੁੱਧ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ। ਅੱਛਾ ਜੀ ਅਲਹਮਦੁਲਿਲਾ।
ਯਾਨੀ ਦੁੱਧ ਦੀ ਪੈਦਾਵਾਰ ਤੁਸੀਂ ਵਧਾਉਣ ਦਾ ਤੁਹਾਡੇ ਕੋਲ ਨੁਸਖਾ ਹੈ ਵੇ। ਜੀ ਬਿਲਕੁਲ alhamdulillah। ਨਵੇਂ ਬੰਦੇ ਨੂੰ ਕੀ ਮਸ਼ਵਰਾ ਦਵੋਗੇ ਕਿੰਨਿਆਂ ਡੰਗਰਾਂ ਤੋਂ ਕੰਮ ਸ਼ੁਰੂ ਕਰੇ? ਨਵੇਂ ਬੰਦੇ ਵਾਸਤੇ ਅਗਰ ਇੱਕ ਬੰਦਾ ਵੇ ਤੇ ਉਹਨੂੰ 4 ਕੁ ਡੰਗਰ ਰੱਖਣੇ ਚਾਹੀਦੇ ਨੇ ਮੇਰੇ ਹਿਸਾਬ ਨਾਲ। 4 ਕਿਹੜੇ ਰੱਖਣੇ ਚਾਹੀਦੇ ਨੇ, ਲਹਿਰੀਆਂ ਜਾਂ ਖਾਂਗੜੀਆਂ? ਨਹੀਂ ਲੈਰੀਆਂ ਮੱਝਾਂ ਤੋਂ ਸ਼ੁਰੂ ਕਰੇ। ਖਾਂਗੜੀਆਂ ਕਿਉਂ ਨਾ ਰੱਖੇ? ਖਾਂਗੜੀਆਂ ਦਾ ਇਹ ਵੇ ਕਿ ਉਹਨੂੰ ਜ਼ਰਾ ਪਹਿਲਾਂ ਉਹ ਨਹੀਂ ਉਸ ਦੀ ਬਚਤ ਆਏਗੀ, ਖਾਂਗੜੀ ਨੂੰ ਜ਼ਿਆਦਾ ਦੇਰ ਸਾਹਮਣਾ ਪਏਗਾ। ਕੁਝ ਲੋਕ ਕਹਿੰਦੇ ਨੇ ਕਿ ਖਾਂਗੜੀਆਂ ਮੱਝਾਂ ਸਸਤੀਆਂ ਲੱਭਦੀਆਂ ਨੇ, ਕੁਛ ਨਾ ਕੁਛ ਤੇ ਦੁੱਧ ਦਿੰਦੀਆਂ ਵੀ ਨੇ। ਦੁੱਧ ਦਿੰਦੀਆਂ ਨੇ ਲੇਕਿਨ ਉਹ ਦੁੱਧ ਥੋੜਾ ਦਿੰਦੀਆਂ ਨਾ, ਲੇਕਿਨ ਉਹ ਆਪਣਾ ਖਰਚਾ ਨਹੀਂ ਕੱਢ ਸਕਦੀਆਂ। ਕੱਢ ਸਕਦੀ ਖਾਂਗੜ ਮੱਝ ਵੀ ਖਰਚਾ ਕੱਢ ਸਕਦੀ ਹੈ ਬਿਲਕੁਲ। ਠੀਕ ਹੋ ਗਿਆ। ਸਰ ਲੋਕ ਕਹਿੰਦੇ ਨੇ ਕਿ ਜਿਹੜਾ ਬੰਦਾ ਜਾਨਵਰਾਂ ਦੀ ਨੇਚਰ ਸਮਝੇਗਾ ਉਹ ਮਾਰ ਨਹੀਂ ਖਾਏਗਾ। ਜਾਨਵਰ ਨੂੰ ਸਮਝਣ ਵਾਸਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ? ਇਹ ਜੀ ਅਲਹਮਦੁਲਿਲਾ ਜਿਵੇਂ ਤੁਸੀਂ ਇਸ ਕੰਮ 'ਚ ਵੜਨਾ ਤੁਹਾਡਾ ਆਸਤਾ ਆਸਤਾ ਤਜਰਬਾ ਹੋ ਜਾਣਾ ਹੈ। ਅੱਛਾ ਜਾਨਵਰ ਬਾਦੀ ਹੈ, ਬਾਈ ਹੈ, ਗਰਮ ਤਬੀਅਤ ਹੈ, ਠੰਡੀ ਤਬੀਅਤ ਹੈ, ਮਸਲਾ ਮਸਾਇਲ ਸਹੀ ਨਬਜ਼ ਤੇ ਜਿਵੇਂ ਡਾਕਟਰ ਮਰੀਜ਼ ਦੀ ਨਬਜ਼ ਜਾਂ ਹਕੀਮ ਮਰੀਜ਼ ਦੀ ਨਬਜ਼ ਫੜਦਾ ਉਹਨੂੰ ਜਾਨਵਰ ਇਨਸਾਨ ਦੇ ਮਸਲਿਆਂ ਦਾ ਪਤਾ ਚੱਲ ਜਾਂਦਾ ਜੀ, ਹੈ। ਜੀ। ਜਾਨਵਰ ਦੇ ਮਸਲਿਆਂ ਦੀ ਸਮਝ ਕਿੰਨੀ ਕੁ ਦੇਰ ਬਾਅਦ ਆ ਜਾਂਦੀ ਹੈ? ਜੀ ਮੇਰੇ ਖਿਆਲ ਨਾਲ ਤੇ ਸਾਲ 2 ਸਾਲ 'ਚ ਆ ਜਾਣੀ ਚਾਹੀਦੀ, ਜਲਦੀ ਵੀ ਆ ਸਕਦੀ ਅਗਰ ਬੰਦਾ ਕੋਈ ਜ਼ਿਹਨ ਰੱਖਦਾ ਨਾ ਤੇ ਆ ਸਕਦੀ ਹੈ। ਮੈਂ ਦੇਖੋ ਕਿ ਜ਼ਿਆਦਾ ਦੇਰ ਬਾਹਰ ਰਿਹਾ ਵਾਂ, ਹੁਣ ਮੈਨੂੰ ਥੋੜੀ ਦੇਰ ਇੱਥੇ ਆਈ ਹੋਈ, ਮੈਂ ਪੁਰਾਣਿਆਂ ਬੰਦੇ ਨਾਲ ਵੀ ਜ਼ਿਆਦਾ ਤਜਰਬਾ ਰੱਖਣਾ ਵਾ। ਜ਼ਿੰਦਾਬਾਦ। ਜੀ ਅਲਹਮਦੁਲਿਲਾ। ਮੈਨੂੰ ਅਗਰ ਡੰਗਰ ਕੋਈ ਪੱਠੇ ਨਹੀਂ ਖਾਂਦਾ ਤਾਂ ਪਤਾ ਲੱਗ ਜਾਏ ਕਿ ਇਹਨੂੰ ਕੀ ਪ੍ਰੋਬਲਮ ਹੈ, ਇਹਦੇ ਅੱਗੇ ਪੱਠੇ ਸਹੀ ਨਹੀਂ ਜਾਂ ਇਹਨੂੰ ਵੈਸੇ ਇਹਨੂੰ ਬੁਖਾਰ ਹੈ ਜਾਂ ਕੀ ਹੈ, ਪਤਾ ਲੱਗ ਜਾਂਦਾ ਹੈ। ਇੱਥੋਂ ਹੀ ਸ਼ੁਰੂ ਕਰਨੇ ਆ। ਅਗਰ ਇੱਕ ਜਾਨਵਰ ਪੱਠੇ ਨਹੀਂ ਖਾਂਦਾ ਤੇ ਉਹਦੇ ਨਾਲ ਕੀ ਕਰਨਾ ਚਾਹੀਦਾ? ਉਹਨੂੰ ਪਹਿਲਾਂ ਦੇਖੋ ਕਿ ਉਹ ਪੱਠੇ ਕਿਉਂ ਨਹੀਂ ਖਾ ਰਿਹਾ, ਉਹਦੇ ਅੱਗੇ ਪੱਠੇ ਸਹੀ ਨਹੀਂ ਜਾਂ ਉਹਨੇ ਪਾਣੀ ਪੀਣਾ ਵੇ। ਅਗਰ ਉਹ ਪਾਣੀ ਪੀਂਦਾ ਹੈ, ਪੱਠੇ ਸਹੀ ਨੇ, ਤੇ ਫਿਰ ਉਹਨੂੰ ਤੁਸੀਂ ਪਿਆਜ਼ ਵਗੈਰਾ ਦੇਵੋ, ਮਿਰਚ ਦਿਓ, ਅਦਰਕ ਦਿਓ। ਅੱਜ ਕੱਲ ਜਿਹੜਾ ਸਰਦੀ ਦੇ ਮੌਸਮ ਵਿੱਚ ਤੇ ਉਹ ਇਨਸ਼ਾਅੱਲਾ ਪੱਠੇ ਖਾਏਗਾ। ਪਿਆਜ਼ ਮਿਰਚ ਤੇ ਅਦਰਕ ਦੇਣ ਦਾ ਤਰੀਕਾ ਕੀ ਹੈ? ਉਹਨੂੰ ਕੱਟ ਕੇ ਪਿਆਜ਼ ਕੱਟ ਲੈਣਾ, ਅਦਰਕ ਨੂੰ ਥੋੜਾ ਜਿਹਾ ਦਾਦੜ ਜਿਹਾ ਕਰ ਲੈਣਾ, ਉਹਨੂੰ ਕੁੱਟ ਲੈਣਾ ਵੇ, ਤੇ ਮਿਰਚ ਵੀ ਕੱਟ ਲੈਣੀ ਹੈ। ਕਿੰਨੀ ਮਿਕਦਾਰ ਵਿੱਚ ਤੇ ਕਿੰਨੇ ਵਾਰੀ ਦਿਨ ਵਿੱਚ? ਤਕਰੀਬਨ ਅੱਧਾ ਕੁ ਕਿਲੋ ਪਿਆਜ਼ ਹੋ ਜਾਣ ਜੀ ਤੇ 4-5 ਮਿਰਚਾਂ ਹੋ ਜਾਣ ਤੇ ਥੋੜੀ ਜਿਹੀ ਅਦਰਕ ਹੋ ਜਾਏ। ਤੇ ਕਿੰਨੇ ਕੁ ਦਿਨ? ਇੱਕ ਦਿਨ ਦਿਓ, ਫਿਰ 1-2 ਦਿਨ ਛੱਡ ਕੇ ਦਿਓ, ਜਾਂ ਉਸ ਤੋਂ ਬਾਅਦ ਹਫਤੇ 10 ਦਿਨ ਬਾਅਦ ਦਿਓ। ਠੀਕ। ਇਹ ਦੱਸੋ ਕਿ ਜਦੋਂ ਅਸੀਂ ਉਸ ਇਲਾਕੇ ਵਿੱਚ ਮੱਝਾਂ ਲੈ ਕੇ ਆਨੇ ਆ, ਪਾਣੀ ਲਾਗ ਦਾ ਮਸਲਾ ਇੱਕ ਆਮ ਮਸਲਾ ਹੈ ਕਿ ਪਾਣੀ ਲਾਗ ਦਾ ਮਸਲਾ ਹੋ ਜਾਂਦਾ ਜਾਨਵਰ ਨੂੰ, ਉਹਨੂੰ ਪਾਣੀ ਲਾਗ ਤੋਂ ਬਚਾਉਣ ਵਾਸਤੇ ਕੀ ਦੇਣਾ ਚਾਹੀਦਾ? ਜੀ ਉਹਨੂੰ ਪਾਣੀ ਲਾਕ ਨਹੀਂ ਹੁੰਦਾ, ਅਗਰ ਉਹਨੂੰ ਤੁਸੀਂ ਸਹੀ ਉਹਦੀ ਕੇਅਰ ਕਰਦੇ ਹੋ ਤੇ ਨਹੀਂ ਪਾਣੀ ਨਹੀਂ ਲਾਕ ਹੋਏਗਾ। ਸਹੀ ਕੇਅਰ ਤੂੰ ਫੇਰ ਕੀ ਮੁਰਾਦ ਲਵਾਂਗੇ ਸੀ? ਮਸਲਨ ਉਹਦੀ ਆਂਦੇ ਹੀ ਤੁਸੀਂ ਇੱਕ ਅੱਗੇ ਛੋਟੇ ਨੇ ਤੁਹਾਨੂੰ ਦੱਸਿਆ ਕਿ ਉਹਦੇ ਵਾਸਤੇ 5 ਗ੍ਰਾਮ ਜਿਹੜਾ ਟੀਕਾ ਨੇ ਬਹੁਤ ਅੱਛਾ ਹੈ ਉਹ ਦਿਓ। ਬਾਕੀ ਉਹਨੂੰ ਇੱਥੇ ਦਾ ਜਿਹੜਾ ਨਾ ਪਿਆਜ਼ ਜਿਹੜਾ ਨਾ ਜਿਸ ਇਲਾਕੇ ਤੁਸੀਂ ਲੈ ਕੇ ਆਏ ਹੋ ਉਹਨੂੰ ਉਹ ਦਿਓਗੇ ਤਾਂ ਉਹਦਾ ਪਾਣੀ ਲਾਕ ਨਹੀਂ ਹੋਏਗਾ। ਅੱਛਾ ਤੁਸੀਂ ਉਸ ਇਲਾਕੇ ਵਿੱਚੋਂ ਮੱਝਾਂ ਆਪ ਹੀ ਲੈਣ ਜਾਂਦੇ ਹੋ? ਜੀ ਆਪ ਹੀ ਜਾਂਦੇ ਆ, ਉਹ ਛੋਟਾ ਜਾਂਦਾ ਰਿਹਾ ਵੇ। ਸੁਣਿਆ ਕਿ ਉਸ ਇਲਾਕੇ ਵਿੱਚ ਵੀ ਇਸ ਇਲਾਕੇ ਵਿੱਚ ਮੱਝਾਂ ਜਾਂਦੀਆਂ ਨੇ ਤੇ ਵਪਾਰੀ ਬੜੀ 2 ਨੰਬਰੀ ਕਰਦੇ ਨੇ। ਬਿਲਕੁਲ। ਚੰਗਾ ਦੁੱਧ ਦੇਣ ਵਾਲੀ ਮੱਝ ਦੀਆਂ ਨਿਸ਼ਾਨੀਆਂ ਕੀ ਨੇ? ਚੰਗੀ ਮੱਝ ਤੇ ਨੀਲੀ ਰਾਵੀ ਦੀ ਹੈ ਜੀ। ਉਧਰ ਦੀ ਮੱਝ ਜਿਹੜੀ ਹੈ ਨਾ ਉਹ ਠੀਕ ਦੁੱਧ ਦਿੰਦੀ ਅੱਛਾ ਹੈ। ਨੀਲੀ ਹੋਰ ਹੈ, ਰਾਵੀ ਹੋਰ ਹੈ, ਤੇ ਨੀਲੀ ਰਾਵੀ ਦਾ ਕ੍ਰਾਸ ਨੀਲੀ ਰਾਵੀ ਹੋਰ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਨੀਲੀ ਰਾਵੀ ਦਾ ਕ੍ਰਾਸ ਮੱਝ ਜਾਂ ਸਿਰਫ ਨੀਲੀ ਜਾਂ ਸਿਰਫ ਰਾਵੀ? ਨਹੀਂ ਕ੍ਰਾਸ ਵੀ ਠੀਕ ਹੈ, ਕ੍ਰਾਸ ਵੀ ਠੀਕ। ਕ੍ਰਾਸ ਠੀਕ ਹੈ। ਹਾਂਜੀ ਕੁਝ ਲੋਕ ਤੇ ਇਹ ਵੀ ਕਹਿੰਦੇ ਨੇ ਕਿ ਅਸਲ ਜਿਹੜੀ ਨੀਲੀ ਹੈ ਜਾਂ ਅਸਲ ਰਾਵੀ ਹੈ ਉਹ ਮੌਜੂਦ ਨਹੀਂ। ਤੁਹਾਡਾ ਕੀ ਖਿਆਲ ਹੈ? ਨਹੀਂ ਮੌਜੂਦ ਹੈ ਨੇ, ਕਾਫੀ ਸਾਰੇ ਜਿਹੜੇ ਡੰਗਰ ਨੇ ਨਾ ਹੁਣ ਉਧਰੋਂ ਆਏ ਨੇ, ਅੱਗੋਂ ਇਹ ਹੀ ਡੰਗਰ ਫਿਰ ਉਧਰ ਵਾਲੇ ਬੰਦੇ ਇਧਰੋਂ ਖੰਗੜ ਹੋ ਜਾਂਦੇ ਨੇ ਜਦੋਂ ਖਰੀਦ ਕੇ ਲੈ ਜਾਂਦੇ ਨੇ। ਕਿਹੜੀਆਂ ਗੱਲਾਂ ਜ਼ਿਹਨ 'ਚ ਰੱਖੀਏ ਤਾਂ ਕਿ ਉਧਰ ਜਾਈਏ ਤੇ ਸਾਨੂੰ ਦਾ ਨਾ ਲੱਗ ਸਕੇ? ਮਸਲਨ ਸਿੰਘ ਕਿਹੋ ਜਿਹੇ ਹੋਣ, ਦੁਮ ਕਿਹੋ ਜਿਹੀ ਹੋਏ, ਅੱਡੀ ਕਿਹੋ ਜਿਹੀ ਹੋਏ, ਕਰੋਲੀ ਕਿਹੋ ਜਿਹੀ ਹੋਏ ਔਰ ਥਣ ਕਿਹੋ ਜਿਹੇ ਹੋਣ? ਜੀ ਜਿਹੜੀ ਉਧਰ ਜਾਂਦੇ ਹੋ ਨਾ, ਅਗਰ ਤੁਸੀਂ ਮਾਈ ਦੀ ਧੁੰਨੀ ਕਰੋਲੀ ਨਹੀਂ ਹੋਣੀ ਚਾਹੀਦੀ। ਸਿੰਘ ਜਿਹੜੇ ਨੇ ਕੁੰਡੇ ਹੋਣੇ ਚਾਹੀਦੇ ਨੇ, ਛੋਟੇ ਹੋਣੇ ਚਾਹੀਦੇ ਨੇ। ਗੋਲ ਹੋਣ ਜਾਂ ਫੱਟੀਦਾਰ ਹੋਣ? ਫੱਟੀਦਾਰ ਵੀ ਠੀਕ ਨੇ, ਗੋਲ ਵੀ ਸਹੀ ਨੇ। ਠੀਕ ਹੋ ਗਿਆ। ਧੁੰਨੀ ਮੂੰਹ ਕਰੋਲੀ ਕਿਹੋ ਨਹੀਂ ਜਿਹਾ ਹੋਣਾ ਹੋਣੀ ਚਾਹੀਦੀ, ਚਾਹੀਦਾ? ਦੁੰਬ ਜਿਹੜੀ ਹੈ ਲੰਬੀ ਹੋਣੀ ਚਾਹੀਦੀ ਹੈ। ਠੀਕ ਹੋ ਗਿਆ। ਤੇ ਵਾਹਨੇ ਦੇ ਬਾਰੇ ਵੀ ਦੱਸਿਓ। ਵਾਨਾ ਜਿਹੜਾ ਨਾ ਠੀਕ ਫੱਟੀਦਾਰ ਚੌਰਸ ਹੋਣਾ ਚਾਹੀਦਾ ਹੈ। ਦੋਵਾਂ ਥਣਾਂ 'ਚ ਕਿੰਨਾ ਫਰਕ ਹੋਏ? ਪਿਛਲਾ ਥਣ ਤੇ ਹਮੇਸ਼ਾ ਵੱਡਾ ਹੀ ਹੋਣਾ ਚਾਹੀਦਾ ਵੇ ਅਗਲੇ ਦੀ ਨਿਸਬਤ। ਪਿਛਲਾ ਥਣ ਲੰਬਾ ਹੋਣਾ ਚਾਹੀਦਾ। ਤੇ ਥਣਾਂ ਦੇ ਦਰਮਿਆਨ ਕਿੰਨਾ ਫਰਕ ਹੋਣਾ ਜ਼ਿਆਦਾ ਚਾਹੀਦਾ? ਮੋਟਾ ਥਣ ਹੋਏਗਾ ਤਾਂ ਸਭ ਤੋਂ ਬੈਸਟ ਹੈ, ਬਿਹਤਰ ਹੈ। ਉਹਨੂੰ ਜ਼ਿਆਦਾ ਵਪਾਰੀ ਵੀ ਪਸੰਦ ਕਰੇਗਾ, ਰੱਖਣ ਵਾਲਾ ਵੀ ਪਸੰਦ ਕਰੇਗਾ। ਮੂੰਹ ਕਿਹੋ ਜਿਹਾ ਹੋਏ? ਮੂੰਹ ਕਾਲੀ ਮੱਝ ਹੋਏ ਸਾਰੀ ਤੋਂ ਸਭ ਤੋਂ ਅੱਛੀ ਹੈ। ਅੱਖ ਕਿਹੋ ਜਿਹੀ ਹੋਏ, ਚਿੱਟੀ ਜਾਂ ਸਿਆਹ ਕਾਲੀ? ਅੱਖ ਕਾਲੀ ਔਰ ਚਮੜੀ ਕਿਹੋ ਜਿਹੀ ਹੋਏ, ਨਰਮ ਜਾਂ ਸਖਤ? ਚਮੜੀ ਨਰਮ। ਠੀਕ ਹੋ ਗਿਆ। ਇਹ ਗੱਲਾਂ ਅਗਰ ਜ਼ਿਹਨ 'ਚ ਰੱਖੀਆਂ ਜਾਣ ਜੀ ਤੇ ਇਸ ਤੋਂ ਇਲਾਵਾ ਤੇ ਨਹੀਂ ਕਿਸੇ ਹਵਾਲੇ ਨਾਲ ਦਾ ਲੱਗ ਸਕਦਾ? ਮਸਲਨ ਬਾਕੀ ਉਹਨਾਂ ਨੇ ਤੁਸੀਂ ਡਾਕਾ ਲਾਇਆ ਹੁੰਦਾ ਹੈ ਜਾਂ ਫਿਰ ਉਹਨਾਂ ਨੇ ਨਾਲ ਜਾਲ ਲਾਏ ਹੁੰਦੇ ਨੇ, ਉਹਨਾਂ ਨੂੰ ਕਿਸ ਨਾਲ ਪਛਾਣੀਏ? ਜਿਹੜਾ ਨਾ ਮੰਡੀ 'ਚ ਅਗਰ ਤੁਸੀਂ ਜਾਂਦੇ ਹੋ ਤੇ ਮੰਡੀਆਂ 'ਚ ਅਕਸਰ ਜਿਹੜੇ ਨੇ ਉਹ ਡਾਕੇ ਲੱਗੇ ਹੁੰਦੇ ਨੇ, ਉੱਥੇ ਤੁਹਾਡੇ ਨਾਲ ਧੋਖਾ ਫਰਾਡ ਹੋ ਸਕਦਾ ਵੇ। ਅਗਰ ਤੁਸੀਂ ਬਾਹਰੋਂ ਫਿਰ ਕੇ ਚੱਕਾਂ ਵਿੱਚੋਂ ਲੈਂਦੇ ਹੋ ਤੇ ਉਹਦੇ 'ਚ ਇਨਸ਼ਾਅੱਲਾ ਤੁਹਾਨੂੰ ਜਿਹੜਾ ਨਾ ਤੁਸੀਂ ਆਪ ਚੋ ਲੈਣੀ ਹੈ, ਇੱਕ ਟਾਈਮ ਚੋਵੋ, 2 ਟਾਈਮ ਚੋਵੋ, ਤਸੱਲੀ ਹੋ ਜਾਏਗੀ। ਜਿਹੜੇ ਮੰਡੀ 'ਚ ਤੁਸੀਂ ਲੈਂਦੇ ਹੋ ਉਹਦੇ ਵਾਸਤੇ ਕੋਈ ਗਾਰੰਟੀ ਨਹੀਂ, ਉਹਨਾਂ ਨੇ ਡਾਕੇ ਲਾਏ ਹੁੰਦੇ ਨੇ। ਮੱਝ ਦਾ ਜਾ ਆਪਣਾ ਹੈ ਜਾਂ ਨਹੀਂ, ਇਹ ਕਿਸ ਤਰ੍ਹਾਂ ਪਛਾਣੀਏ? ਮੱਝ ਆਪ ਹੀ ਤਾਂ ਛੱਡਦੀ ਹੈ, ਮੱਝ ਦਾ ਜਾ ਆਪਣਾ ਜਾਂ ਨਹੀਂ। ਇਸ ਟਾਈਮ ਟੋਟਲ ਕਿੰਨੇ ਜਾਨਵਰ ਨੇ ਸਾਡੇ ਕੋਲ ਤਕਰੀਬਨ 20-22 ਜਾਨਵਰ ਨੇ। ਦੁੱਧ ਦੇਣ ਵਾਲੇ ਕਿੰਨੇ ਨੇ ਤੇ ਖੰਗੜੀ ਕਿੰਨੇ ਨੇ? ਦੁੱਧ ਦੇਣ ਵਾਲੇ ਤਕਰੀਬਨ 12 ਗੁੱਡਾਂ ਜਾਨਵਰ ਨੇ। ਮਾਸ਼ਾਅੱਲਾ ਰੋਜ਼ ਦਾ ਕਿੰਨੇ ਕੁ ਮਨ ਦੁੱਧ ਹਾਸਲ ਕਰ ਲੈਂਦੇ ਹੋ? ਸਾਡਾ ਤਕਰੀਬਨ ਹੋ ਜਾਂਦਾ ਜੇ ਕੋਈ 2 ਤੋਂ 2.5 ਮਣ ਦੁੱਧ ਹੋ ਜਾਂਦਾ। ਕਿੰਨੇ ਕੁ ਪੈਸੇ ਹਾਸਲ ਹੋ ਜਾਂਦੇ ਨੇ ਰੋਜ਼ ਦੇ?
ਅਲਹਮਦੁਲਿਲਾ ਠੀਕ ਐਵਰੇਜ ਆ ਜਾਂਦੀ ਹੈ ਜੀ। ਖਰਚਾ ਇੱਕ ਮੱਝ ਤੇ ਪੁੱਛੀਏ ਤੇ ਇੱਕ ਮੱਝ ਤੋਂ ਨਫਾ ਪੁੱਛੀਏ, ਕੀ ਦੱਸੋ? ਜੀ ਸਾਡਾ ਅਲਹਮਦੁਲਿਲਾ ਇੰਨਾ ਖਰਚਾ ਨਹੀਂ, ਸਾਡੀ ਜ਼ਮੀਨ ਆਪਣੀ ਹੈ ਤੇ ਪੱਠੇ ਛੱਟੇ ਆਪਣੇ ਘਰ ਦੇ ਹੋ ਜਾਂਦੇ ਨੇ, ਸਾਡਾ ਇੰਨਾ ਖਰਚਾ ਨਹੀਂ ਆਂਦਾ। ਅੱਛਾ। ਅਗਰ ਤੁਸੀਂ ਮੁੱਲ ਲੈ ਕੇ ਪੱਠੇ ਪਾਉਂਦੇ ਹੋ ਤੇ ਉਹ ਤਕਰੀਬਨ ਇੱਕ ਮੱਝ ਜਿਹੜੀ ਹੈ ਮਨ ਤੋਂ 2 ਮਣ ਪੱਠੇ ਖਾ ਲੈਂਦੀ ਹੈ ਤੇ ਤਕਰੀਬਨ ਸ਼ਹਿਰ ਰੇਟ ਮੇਰਾ ਹਾਲੇ ਮਨ ਦਾ 150 ਰੁਪਏ ਮਨ ਇਸ ਵੇਲੇ ਚੱਲ ਰਹੇ ਨੇ ਪੱਠੇ। ਅੱਛਾ, ਅਗਰ ਮੈਂ ਪੁੱਛਾਂ ਅੱਜ ਤੱਕ ਤੁਸੀਂ ਇਹਨਾਂ ਮੱਝਾਂ ਤੋਂ ਕਿੰਨੇ ਕੇ ਪੈਸੇ ਕਮਾ ਰਹੇ ਨੇ ਤੇ ਕੀ ਦੱਸੋਗੇ? ਜੀ ਅਲਹਮਦੁਲਿਲਾ ਅਸੀਂ ਸਾਰਾ ਇਸ ਮੱਝਾਂ ਤੋਂ ਹੀ ਕੰਮ ਚਲਾਏ ਆ ਤੇ ਮਾਸ਼ਾਅੱਲਾ ਆਪਣੀ ਜ਼ਮੀਨ ਅਸੀਂ 20-25 ਕਿੱਲੇ ਖਰੀਦ ਲਈ ਇਹਨਾਂ ਮੱਝਾਂ ਤੋਂ। ਸਰ ਫਾਰਮ ਦੀ ਲੰਬਾਈ ਚੌੜਾਈ ਤੇ ਆਪਣੇ ਤਲਾਬ ਦੀ ਲੰਬਾਈ ਚੌੜਾਈ ਤੇ ਗਹਿਰਾਈ ਦੱਸਿਓ ਜ਼ਰਾ। ਸਾਡਾ ਤਕਰੀਬਨ ਇਹ ਥਾਂ ਕੋਈ 2.5 ਕਨਾਲ ਥਾਂ ਵੇ, ਠੀਕ। ਜਿਹਦੇ ਵਿੱਚ ਇੱਕ ਕਨਾਲ 'ਚ ਸ਼ੈੱਡ ਬਣਿਆ ਵੇ ਜੀ। ਤੇ ਬਾਕੀ 1.5 ਕਨਾਲ ਤਕਰੀਬਨ ਖਾਲੀ ਪਿਆ ਵੇ ਤੇ ਤਲਾਅ ਜਿਹੜਾ ਤਕਰੀਬਨ ਸਾਡਾ 5-6 ਮਰਲੇ 'ਚ 6 ਮਰਲੇ 'ਚ। ਉਹਦੀ ਲੰਬਾਈ ਚੌੜਾਈ ਗਹਿਰਾਈ ਗਹਿਰਾਈ ਤਕਰੀਬਨ ਜਦੋਂ ਮੱਝ ਬਹਿ ਜਾਂਦੀ ਹੈ ਨਾ ਉਹਦੇ ਉੱਤੋਂ ਦੀ ਪਾਣੀ ਗੁਜ਼ਰਦਾ ਵੇ। ਲੇਬਰ ਕਿੰਨੀ ਰੱਖੀ ਜੇ? ਲੇਬਰ ਅਸੀਂ ਆਪੇ 3-4 ਭਾਈਆਂ ਕਰ ਲੈਂਦੇ ਆ, ਪਹਿਲੇ ਬੰਦਾ ਐਸੀ ਅਸੀਂ ਲੇਕਿਨ ਜਿਹੜਾ ਕੰਮ ਆਪੇ ਕਰ ਲੈਣਾ ਉਹਦੇ 'ਚ ਕੋਈ ਵੀ ਮਦਦ ਨਹੀਂ। ਤੁਹਾਡੇ ਕੋਲ ਮਾਸ਼ਾਅੱਲਾ ਗੱਡੀ ਵੀ ਖਲੋਤੀ ਹੈ, ਦੁੱਧ ਆਪ ਹੀ ਵੇਚਦੇ ਹੋ ਜੀ ਜਾਂ ਆਪੇ ਫਿਰ ਅਲਹਮਦੁਲਿਲਾ ਆਪੇ। ਠੀਕ ਹੈ, ਕਿਸ ਤਰ੍ਹਾਂ ਦੁੱਧ ਵੇਚਦੇ ਹੋ, ਕਿੰਨੇ ਰੁਪਏ ਕਿਲੋ? ਜੀ ਅਸੀਂ ਸ਼ਹਿਰ ਜਾ ਕੇ 100 ਰੁਪਏ ਕਿਲੋ ਦੁੱਧ ਦਿੰਦੇ ਆ ਖਾਲਸ, ਖਾਲਸ, ਔਰ 100 ਰੁਪਏ ਕਿਲੋ ਵਿਕ ਜਾਂਦਾ ਹੈ। ਜਿਹੜਾ ਘਰਾਂ ਵਿੱਚ 120 ਵੀ ਦੇਈਦਾ। ਮਾਸ਼ਾਅੱਲਾ। ਜੀ। ਸਰ ਕੋਈ ਅਹਿਮ ਗੱਲ ਜਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਐਜ਼ ਅ ਫਾਰਮਰ, ਕਿ ਕਿਸਾਨ ਭਰਾਵਾਂ ਨੂੰ, ਫਾਰਮਰ ਭਰਾਵਾਂ ਨੂੰ, ਨਵੇਂ ਨੇ ਜਾਂ ਪੁਰਾਣੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ, ਸਦਕਾ ਜਾਰੀਆ ਦੇ ਤੌਰ ਤੇ ਉਹ ਗੱਲ ਸਾਡੇ ਨਾਲ ਸ਼ੇਅਰ ਕਰ ਦਿਓ। ਜੀ ਇਹਦੇ ਵਿੱਚ ਮਾਲ 'ਚ ਸਦਕਾ ਜਾਰੀਆ ਜ਼ਰੂਰ ਕਰਨਾ ਚਾਹੀਦਾ ਵੇ ਤੇ ਇਹਦੇ 'ਚ ਅਲਹਮਦੁਲਿਲਾ ਫਾਇਦਾ ਹੀ ਫਾਇਦਾ ਵੇ। ਇਹ ਮਾਲ ਘਾਟੇ ਵਾਲਾ ਨਹੀਂ, ਅਗਰ ਤੁਸੀਂ ਇਹਦੇ ਨਾਲ ਅੱਛਾ ਕੇਅਰ ਕਰਦੇ ਹੋ, ਅੱਛਾ ਪਿਆਰ ਕਰਦੇ ਹੋ ਤੇ ਜ਼ਰੂਰ ਇਨਸ਼ਾਅੱਲਾ ਮਿਲਣਾ। ਅਗਰ ਕੋਈ ਤੁਹਾਡੇ ਨਾਲ ਗੱਲ ਕਰਨ ਦਾ ਸ਼ੌਕ ਰੱਖਦਾ ਹੈ ਤੇ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਸਕਦੇ ਹੋ। ਜੀ ਜ਼ਰੂਰ ਇਨਸ਼ਾਅੱਲਾ। ਮੇਰਾ ਨੰਬਰ 0334 795 2292। ਜਜ਼ਾਕੁल्लाह, ਬਹੁਤ ਹੀ ਅੱਛੀ ਗੁਫ਼ਤਗੂ ਕੀਤੀ ਤੁਸੀਂ। अस्सलाम वालेकुम। ਜੀ ਵਾਲੇਕੁਮ।